ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਵਿਭਾਗੀ ਸੈਂਪਲ ਪੇਪਰ ਕਲਾਸ 7ਵੀਂ ਦੁਹਰਾਈ ਨਵੰਬਰ ਨਮੂਨਾ ਪ੍ਰਸ਼ਨ ਪੱਤਰ ਗਣਿਤ, ਯਾਨੀ ਕਿ ਆਪਣੀ ਜਿਹੜੀ ਹੁਣ ਪ੍ਰੀਖਿਆ ਹੋਣੀ ਹੈ ਦਸੰਬਰ ਵਾਲੀ ਤੇ ਸਾਲਾਨਾ ਪ੍ਰੀਖਿਆ, ਉਹਦੇ ਨਾਲ ਸੰਬੰਧਿਤ ਜਿਹੜਾ ਪੇਪਰ ਦਾ ਪ੍ਰਸ਼ਨ ਪੱਤਰ ਦਾ ਪੈਟਰਨ ਹੋਏਗਾ ਉਹ ਸਾਰਾ ਇਸ ਨਮੂਨੇ ਦੇ ਪ੍ਰਸ਼ਨ ਪੱਤਰ ਤੋਂ ਬਹੁਤ ਵਧੀਆ ਢੰਗ ਨਾਲ ਪਤਾ ਲੱਗ ਜਾਏਗਾ। ਅਸੀਂ ਇਸ ਪ੍ਰਸ਼ਨ ਪੱਤਰ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਇੱਕ ਇੱਕ ਅੰਕਾਂ ਵਾਲੇ ਜਿਹੜੇ ਪਹਿਲੇ 32 ਪ੍ਰਸ਼ਨ ਨੇ ਉਹਨਾਂ ਦੇ ਹੱਲ ਤੇ ਚਰਚਾ ਕਰਦੇ ਹਾਂ। ਆਓ ਸ਼ੁਰੂ ਕਰੀਏ। ਪ੍ਰਸ਼ਨ ਨੰਬਰ 1, ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣੋ। ਹਰੇਕ ਪ੍ਰਸ਼ਨ ਦਾ ਇੱਕ ਅੰਕ ਹੋਏਗਾ -5, ਦੂਸਰੀ ਬ੍ਰੈਕਟ 'ਚ ਫਿਰ -1। ਪਿਆਰੇ ਵਿਦਿਆਰਥੀਓ, ਇਹ ਦੋ ਬ੍ਰੈਕਟਾਂ ਵਿੱਚ ਬੰਦ ਸੰਖਿਆਵਾਂ ਤੋਂ ਭਾਵ ਹੈ ਕਿ ਅਸੀਂ ਇਹਨਾਂ ਦੋਨਾਂ ਸੰਖਿਆਵਾਂ ਦਾ ਗੁਣਨਫਲ ਪਤਾ ਕਰਨਾ ਹੈ। ਦੋਨੋਂ ਰਿਣਾਤਮਕ ਨੇ ਤੇ ਜਦੋਂ ਦੋਨੋਂ ਰਿਣਾਤਮਕ ਸੰਖਿਆਵਾਂ ਦਾ ਗੁਣਨਫਲ ਹੁੰਦਾ ਹੈ ਉਹ ਧਨਾਤਮਕ ਬਣ ਜਾਂਦਾ ਹੈ। ਇਕੱਲੇ 5 ਨੂੰ 1 ਨਾਲ ਗੁਣਾ ਕਰਾਂਗੇ ਤਾਂ ਵੀ ਉਹ 5 ਬਣਨਾ ਹੈ, ਪਰ -5 ਨੂੰ -1 ਨਾਲ ਗੁਣਾਂਗੇ ਉਹ ਵੀ ਧਨਾਤਮਕ ਹੋ ਜਾਏਗਾ, ਯਾਨੀ ਕਿ 5 ਇਹ ਆਪਸ਼ਨ ਹੈ ਜਿਹੜੀ ਉਹ ਇਹਦੇ ਵਿੱਚ ਸਹੀ ਵਿਕਲਪ ਹੈ। ਕੁਐਸਚਨ ਨੰਬਰ 1 ਦਾ ਹੀ ਭਾਗ ਦੂਜਾ 0.36 ਵੰਡ 2 ਦਾ ਮੁੱਲ ਪਤਾ ਕਰੋ। ਪਿਆਰੇ ਵਿਦਿਆਰਥੀਓ, ਇੱਥੇ ਵੇਖੋ ਦਸ਼ਮਲਵ ਤੋਂ ਬਾਅਦ ਹੈ 3.6। ਜਦੋਂ ਅਸੀਂ 2 ਤੇ ਵੰਡ ਕੇ ਯਾਨੀ ਕਿ ਹੇਠਾਂ ਲਿਖ ਕੇ ਕੱਟਾਂਗੇ ਤਾਂ ਦਸ਼ਮਲਵ ਤੋਂ ਬਾਅਦ 36 ਕੱਟ ਕੇ 18 ਬਣ ਜਾਏਗਾ, ਯਾਨੀ ਕਿ ਉੱਤਰ ਕੀ ਹੋਏਗਾ 0.18। ਕੁਐਸਚਨ ਨੰਬਰ 1 ਦਾ ਹੀ ਭਾਗ 3 ਇੱਕ ਪਾਸੇ ਨੂੰ ਸੁੱਟਣ ਤੇ 6 ਆਉਣ ਦੀ ਸੰਭਾਵਨਾ ਕੀ ਹੋਵੇਗੀ? ਇਹਦਾ ਉੱਤਰ ਹੋਏਗਾ C 1/6। ਸਾਨੂੰ ਪਤਾ ਹੈ ਕਿ ਜਿਹੜਾ ਸੰਭਾਵਨਾ ਵਾਲੇ ਪ੍ਰਸ਼ਨ ਹੁੰਦੇ ਆ ਉਹਦਾ ਨਤੀਜਾ ਅਸੀਂ ਕਿਵੇਂ ਕੱਢਦੇ ਆ। ਅਸੀਂ ਵੇਖਦੇ ਹਾਂ ਕਿ ਉਸ ਪ੍ਰਸ਼ਨ ਨਾਲ ਸੰਬੰਧਿਤ ਕੁੱਲ ਨਤੀਜੇ ਕੀ ਹੈ। ਜਿਹੜੀ ਲੂਡੋ ਦੀ ਗੀਟੀ ਹੈ ਉਸ ਨੂੰ ਡਾਇਸ ਕਹਿੰਦੇ ਆ। ਉਸ ਤੇ 1 ਤੋਂ 6 ਤੱਕ ਦੀਆਂ ਸੰਖਿਆਵਾਂ ਅੰਕਿਤ ਹੁੰਦੀਆਂ, 6 ਹੀ ਉਹਦੇ ਪਾਸੇ ਹੁੰਦੇ ਆ। ਇਹਦਾ ਮਤਲਬ ਕੁੱਲ ਨਤੀਜੇ ਸਾਡੇ ਕਿੰਨੇ ਹੋ ਗਏ? 6। ਹਰ ਕੁੱਲ ਨਤੀਜਿਆਂ ਤੋਂ ਪ੍ਰਾਪਤ ਹੁੰਦਾ ਹੈ। ਅੰਸ਼ ਸੰਭਾਵਿਤ ਨਤੀਜੇ ਹੁੰਦੇ ਆ। ਉਹਨੇ ਪੁੱਛਿਆ ਵੀ ਜੇ ਅਸੀਂ ਇੱਕ ਵਾਰੀ ਪਾਸਾ ਸੁੱਟੀਏ ਤਾਂ ਉੱਪਰ ਇੱਕ ਹੀ ਸੰਖਿਆ ਆਊਗੀ। ਉਹਨੇ 6 ਬਾਰੇ ਪੁੱਛਿਆ ਤਾਂ 6 ਵੀ ਤਾਂ ਇੱਕ ਵਾਰੀ ਹੈ, ਯਾਨੀ ਕਿ ਸਾਡਾ ਸੰਭਾਵਿਤ ਨਤੀਜਾ ਇੱਕ ਹੀ ਹੈ। ਇਸ ਕਰਕੇ ਇਸ ਦਾ ਨਤੀਜਾ ਬਣ ਗਿਆ 1/, ਕੁੱਲ ਨਤੀਜੇ ਕਿੰਨੇ ਹੋ ਗਏ? 6। ਆਪਸ਼ਨ C ਹੈ ਜਿਹੜੀ ਉਹ ਸਹੀ ਜਵਾਬ ਹੈ। ਕੁਐਸਚਨ 1 ਦਾ ਭਾਗ ਚੌਥਾ ਦਿੱਤੇ ਹੋਏ ਚਿੱਤਰ ਵਿੱਚ ਜੇਕਰ L ਸਮਾਨ ਅੰਤਰ M ਤੇ T ਇੱਕ ਕਾਟਵੀਂ ਰੇਖਾ ਹੈ ਤਾਂ ਕੋਣ 1 ਅਤੇ ਕੋਣ 2 ਕਿਸ ਤਰ੍ਹਾਂ ਦੇ ਹੋਣਗੇ? ਇਹ ਸਾਡੀਆਂ ਦੋ ਰੇਖਾਵਾਂ L ਤੇ M ਸਮਾਨਾਂਤਰ ਨੇ, T ਕਾਟਵੀਂ ਹੈ। ਕਾਟਵੀਂ ਰੇਖਾ ਦੇ ਨਾਲ ਆਹ ਨੰਬਰ ਕੋਣ 1 ਬਣਦਾ ਤੇ ਆਹ 2 ਬਣਦਾ, ਇਹ ਸੰਗਤ ਕੋਣ ਹਨ। ਪਿਆਰੇ ਵਿਦਿਆਰਥੀਓ, ਯਾਦ ਰੱਖਿਓ ਜਿਹੜੀਆਂ ਦੋ ਸਮਾਨਾਂਤਰ ਰੇਖਾਵਾਂ ਦਾ ਉਹ ਤਾਂ ਜੋੜਾ ਹੋਏਗਾ ਤੇ ਕਾਟਵੀਂ ਰੇਖਾ ਹੋਏਗੀ ਇਕੱਲੀ। ਕਾਟਵੀਂ ਰੇਖਾ ਦੇ ਇੱਕ ਹੀ ਪਾਸੇ, ਹੁਣ ਇਸ ਹਿਸਾਬ ਨਾਲ ਉਤਲੇ ਪਾਸੇ ਆ, ਯਾਨੀ ਕਿ ਕਾਟਵੀਂ ਰੇਖਾ ਦੇ ਇੱਕੋ ਹੀ ਪਾਸੇ, ਤੇ ਉਸ ਤੋਂ ਬਾਅਦ ਜਿਹੜੀਆਂ ਸਮਾਨਾਂਤਰ ਰੇਖਾਵਾਂ ਉਹਨਾਂ ਦੇ ਉੱਪਰ ਵੀ ਇੱਕੋ ਹੀ ਦਿਸ਼ਾ ਵੱਲ, ਯਾਨੀ ਕਿ ਇਹਦੇ ਵੀ ਰਾਈਟ ਹੈਂਡ ਤੇ ਇਹਦੇ ਵੀ ਰਾਈਟ ਹੈਂਡ ਤੇ। ਜਦੋਂ ਕਾਟਵੀਂ ਰੇਖਾ ਦੇ ਵੀ ਇੱਕ ਹੀ ਪਾਸੇ ਹੋਣ ਤੇ ਜਿਹੜੀਆਂ ਸਮਾਨਾਂਤਰ ਰੇਖਾਵਾਂ ਉਹਨਾਂ ਦੇ ਹੀ ਇੱਕ ਹੀ ਦਿਸ਼ਾ ਵਿੱਚ ਹੋਣ ਤਾਂ ਉਹ ਸੰਗਤ ਕੋਣ ਹੁੰਦੇ ਆ। ਇਸ ਕਰਕੇ 1 ਤੇ ਜਿਹੜਾ 2 ਦਾ ਜੋੜਾ ਉਹ ਸੰਗਤ ਕੋਣਾਂ ਦਾ ਜੋੜਾ ਹੈ। ਕੁਐਸਚਨ ਨੰਬਰ 1 ਦਾ ਭਾਗ 5ਵਾਂ 7ਵੀਂ ਜਮਾਤ ਪੜ੍ਹਦੇ ਮੁੰਡੇ ਤੇ ਕੁੜੀਆਂ ਦੀ ਕ੍ਰਮਵਾਰ ਸੰਖਿਆ 40 ਅਤੇ 25 ਹੈ, ਉਹਨਾਂ ਦਾ ਅਨੁਪਾਤ ਪਤਾ ਕਰੋ। ਮੁੰਡੇ 40 ਹੈ ਤੇ ਕੁੜੀਆਂ 25 ਹੈ। ਅਨੁਪਾਤ ਦਾ ਮਤਲਬ ਹੈ ਨਿਊਨਤਮ ਰੂਪ, ਸਰਲਤਮ ਰੂਪ। 5 ਦੇ ਟੇਬਲ ਦੇ ਵਿੱਚ 5 8 40, 5 5 25, ਯਾਨੀ ਕਿ ਅਨੁਪਾਤ ਨੂੰ ਅਸੀਂ ਬਿੰਦੀਆਂ ਦੀ ਸਹਾਇਤਾ ਨਾਲ ਲਿਖਦੇ ਹਾਂ ਤਾਂ ਉਹ 8:5 ਹੈ। ਸਾਡੀ ਆਪਸ਼ਨ ਜਿਹੜੀ ਹੈਗੀ ਹੈ B ਹੈ ਉਹ ਸਹੀ ਜਵਾਬ ਹੈ। ਭਾਗ 6ਵਾਂ ਪ੍ਰਮੇਯ ਸੰਖਿਆ -6/7 ਦਾ ਅੰਸ਼ ਕੀ ਹੈ? ਉੱਪਰ ਵਾਲੀ ਰਕਮ ਹੈ ਜਿਹੜੀ ਉਹ ਅੰਸ਼ ਹੁੰਦਾ ਹੈ, ਹੇਠਾਂ ਵਾਲੀ ਰਕਮ ਹੈ ਜਿਹੜੀ ਉਹ ਹਰ ਹੁੰਦਾ ਹੈ। ਇੱਥੇ ਅੰਸ਼ ਪੁੱਛਿਆ ਤਾਂ -6 ਇਸ ਪ੍ਰਮੇਯ ਸੰਖਿਆ ਦਾ ਅੰਸ਼ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ 7ਵਾਂ ਭਾਗ, ਜੇਕਰ -7/5 ਬਰਾਬਰ y/10 ਹੈ ਤਾਂ y ਦਾ ਮੁੱਲ ਕੀ ਹੋਵੇਗਾ? ਪਿਆਰੇ ਵਿਦਿਆਰਥੀਓ, ਇਹ ਸਮੀਕਰਨ ਹੈ ਇੱਕ ਚੱਲ ਵਾਲੀ। ਤਾਂ ਸਾਡੇ ਕੋਲੇ ਜਿਹੜਾ ਇਸ ਵੇਲੇ -7 ਹੈ ਉਹਦੇ ਬਟੇ 5 ਹੈ, ਬਰਾਬਰ ਦਾ ਚਿੰਨ੍ਹ ਪਾ ਕੇ y/ ਸਾਡੇ ਕੋਲ 10 ਹੈ। ਅਸੀਂ ਜਿੱਥੇ y ਇਸ ਵੇਲੇ ਪਈ ਹੈ ਇਹ ਚੱਲ ਹੈ, ਇਹਦਾ ਮੁੱਲ ਪਤਾ ਕਰਾਂਗੇ। ਇਹ ਜਿਹੜਾ 10 ਬਟਿਆਂ 'ਚ ਇਹਨੇ ਇੱਧਰ ਆ ਕੇ -7 ਨਾਲ ਮਲਟੀਪਲਾਈ ਹੋ ਜਾਣਾ ਹੈ ਤਾਂ ਆਪਾਂ ਲਿਖਾਂਗੇ -7 ਗੁਣਾ 10/ ਆਲਰੇਡੀ 5 ਹੈ ਤੇ ਉਧਰ ਕੱਲਾ y। ਹੁਣ y ਦਾ ਮੁੱਲ ਇਹਨੂੰ ਕੈਂਸਲ ਕਰਕੇ 5 ਦੂਣੀ 10, ਜਿਹੜਾ ਅੰਸ਼ ਹੈ ਉਹ -7 ਵੀ ਹੈ ਤੇ ਜਦੋਂ ਕੈਂਸਲ ਹੋ ਕੇ ਜਿਹੜਾ 10 ਆ ਉਹ 2 ਬਚਿਆ,
ਉਧਰਲੇ ਪਾਸੇ ਸਾਡੇ ਕੋਲੇ y ਹੈ, ਯਾਨੀ ਕਿ -7 ਨੂੰ 2 ਦੇ ਨਾਲ ਗੁਣਾ ਕਰਾਂਗੇ ਤਾਂ -14 ਹੋ ਗਿਆ, ਬਰਾਬਰ y, ਭਾਵ y ਦਾ ਮੁੱਲ ਜਿਹੜਾ ਆ ਗਿਆ ਉਹ -14 ਹੈ। ਸਾਡਾ ਜਿਹੜਾ ਵਿਕਲਪ ਡੀ ਹੈ ਉਹ ਇਸ ਪ੍ਰਸ਼ਨ ਲਈ ਸਹੀ ਜਵਾਬ ਹੈ। ਇਸ ਤੋਂ ਅਗਲਾ ਭਾਗ ਹੈ ਜਿਹੜਾ ਉਹ ਹੈ 8ਵਾਂ, ਕਿਸੇ ਚੱਕਰ ਦਾ ਖੇਤਰਫਲ ਕਿਸ ਦੇ ਬਰਾਬਰ ਹੁੰਦਾ ਹੈ। ਇੱਥੇ ਸੂਤਰ ਲਿਖੇ ਹੋਏ ਨੇ 2πr ਚੱਕਰ ਦੇ ਪਰਿਮਾਪ ਦਾ ਸੂਤਰ ਹੈ, ਪਰ πr² ਚੱਕਰ ਦੇ ਖੇਤਰਫਲ ਦਾ ਸੂਤਰ ਹੈ। ਇਸ ਕਰਕੇ ਚੱਕਰ ਦਾ ਖੇਤਰਫਲ πr² 2 ਹੋਵੇਗਾ। ਭਾਗ 9ਵਾਂ, ਤ੍ਰਿਭੁਜਾਂ ਦੀ ਸਰਬੰਗ ਸਮਤਾ ਦੇ ਕਿੰਨੇ ਨਿਯਮ ਹੁੰਦੇ ਐ? 4 ਨਿਯਮ ਹੁੰਦੇ ਆ। ਤੁਹਾਡੀ ਜਾਣਕਾਰੀ ਲਈ ਮੈਂ ਚਾਰੇ ਨਿਯਮ ਇੱਥੇ ਲਿਖ ਵੀ ਦਿੰਨਾ ਹੈ। ਸਭ ਤੋਂ ਪਹਿਲਾਂ ਅਸੀਂ ਕਰਦੇ ਹੁੰਦੇ ਆ SSS, ਜਦੋਂ ਦੋ ਤ੍ਰਿਭੁਜਾਂ ਦੀਆਂ ਅਨੁਸਾਰੀ ਭੁਜਾਵਾਂ ਤਿੰਨੇ ਹੀ ਸਮਾਨ ਹੋਣ ਤਾਂ ਉਹ ਨਿਯਮ ਹੁੰਦਾ ਹੈ SSS। ਜਦੋਂ ਭੁਜਾਵਾਂ 2 ਹੋਣ ਤੇ ਉਹਨਾਂ ਦੇ ਵਿਚਲਾ ਕੋਣ 1 ਬਰਾਬਰ ਹੋਵੇ ਤਾਂ ਉਹਨਾਂ ਦੋ ਤ੍ਰਿਭੁਜਾਂ ਨੂੰ SAS ਨਿਯਮ ਨਾਲ, ਜਿਹਨੂੰ ਅਸੀਂ ਕਹਿੰਦੇ ਆ ਭੁਜਾ ਕੋਣ ਭੁਜਾ ਨਿਯਮ ਨਾਲ ਸਰਬੰਗ ਸਮ ਕਹਿੰਦੇ ਆ। ਜਦੋਂ ਫਿਰ ਭੁਜਾ 1 ਰਹਿ ਜੇ ਕੋਣ 2, ਤੇ ਯਾਨੀ ਕਿ 2 ਕੋਣ ਤੇ ਉਹਨਾਂ ਵਿਚਲੀ ਭੁਜਾ, ਉਹਦੇ ਨਾਲ ASA ਨਿਯਮ ਬਣਦਾ ਤੇ ਸਮਕੋਣੀ ਤ੍ਰਿਕੋਣਾਂ ਨਾਲ ਸੰਬੰਧਿਤ ਨਿਯਮ ਹੁੰਦਾ ਸਰਬੰਗ ਸਮਤਾ ਦਾ RHS। ਇਹ 4 ਨਿਯਮ ਨੇ। ਇੱਥੇ ਗਿਣਤੀ ਪੁੱਛੀ ਗਈ ਸੀ, B ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਭਾਗ 10ਵਾਂ, ਜੇਕਰ ਆਇਤ ਦੀ ਲੰਬਾਈ 3 ਸੈਂਟੀਮੀਟਰ ਅਤੇ ਚੌੜਾਈ 4 ਸੈਂਟੀਮੀਟਰ ਹੈ ਤਾਂ ਇਸ ਦਾ ਖੇਤਰਫਲ ਕੀ ਹੋਏਗਾ? ਸਾਨੂੰ ਪਤਾ ਹੈ ਕਿ ਆਇਤ ਦੇ ਖੇਤਰਫਲ ਦਾ ਸੂਤਰ ਕੀ ਹੁੰਦਾ ਹੈ? ਲੰਬਾਈ ਗੁਣਾ ਚੌੜਾਈ, ਜਿਹਨੂੰ ਅਸੀਂ L B ਵੀ ਕਹਿੰਦੇ ਆ। ਤਾਂ ਜਦੋਂ ਦੋਨਾਂ ਨੂੰ ਗੁਣਾ ਕਰਾਂਗੇ 3 ਸੈਂਟੀਮੀਟਰ ਤੇ 4 ਸੈਂਟੀਮੀਟਰ 12, ਪਰ ਉਹਦੇ ਨਾਲ ਵਰਗ ਸੈਂਟੀਮੀਟਰ ਵੀ ਲਿਖਿਆ ਹੋਣਾ ਚਾਹੀਦਾ ਸੀ। ਤਾਂ ਆਹ ਵਾਲਾ ਜਿੱਥੇ 12 ਲਿਖਿਆ ਹੈ, ਤੁਸੀਂ ਆਪਣੇ ਕੋਲੋਂ ਇੱਥੇ ਵਰਗ ਸੈਂਟੀਮੀਟਰ ਲਿਖੋ। ਇਹ ਆਪਸ਼ਨ ਜਿਹੜੀ ਆ ਉਹ ਸਹੀ ਜਵਾਬ ਹੋਏਗਾ। ਕੁਐਸਚਨ ਨੰਬਰ 1 ਦਾ ਭਾਗ 11ਵਾਂ, -15 XYZ ਵਿੱਚ Z ਦਾ ਗੁਣਾਂਕ ਪਤਾ ਕਰੋ। ਇੱਥੇ ਜਿਹੜੀ ਇਹ ਸਾਰਾ ਮੋਨੋਮੀਅਲ ਯਾਨੀ ਕਿ ਇੱਕ ਪਦੀ ਵਿਅੰਜਕ ਲਿਖਿਆ ਹੈ, ਉਹਦੇ ਵਿੱਚ ਐਲਫਾਬੈਟਸ ਆ ਜਿਹੜੇ ਉਹ XY ਤੇ Z ਹੈ, ਪਰ ਗੁਣਾਂਕ ਇਕੱਲੇ Z ਦਾ ਪੁੱਛਿਆ, ਯਾਨੀ ਕਿ Z ਦੇ ਅੱਗੇ ਜਿੰਨਾ ਵੀ ਭਾਗ ਗੁਣਾ ਵਾਲਾ ਹੈ ਤਾਂ Z ਦੇ ਨਾਲ ਆ ਸਾਰੀ ਰਕਮ ਗੁਣਾ ਹੈ -15 XY, ਯਾਨੀ ਕਿ Z ਦੇ ਨਾਲ ਜੋ ਕੁਝ ਗੁਣਾ ਹੈ ਉਹ ਹੀ Z ਦਾ ਗੁਣਾਂਕ ਹੈ। ਆਪਸ਼ਨ C Z ਦਾ ਗੁਣਾਂਕ ਹੈ। ਇਸੇ ਹੀ ਪ੍ਰਸ਼ਨ ਦਾ ਭਾਗ 12ਵਾਂ, -5 XY ਅਤੇ 2 XY ਜੋੜਨ ਤੇ ਕੀ ਪ੍ਰਾਪਤ ਹੁੰਦਾ ਹੈ? ਪਿਆਰੇ ਵਿਦਿਆਰਥੀਓ, ਜਿਵੇਂ ਆਪਾਂ ਸਧਾਰਨ ਸੰਪੂਰਨ ਸੰਖਿਆਵਾਂ ਦਾ ਜੋੜ ਘਟਾਓ ਕਰਦੇ ਆ ਉਸੇ ਤਰ੍ਹਾਂ ਹੀ ਹੈ, ਬਸ ਇਹ ਵਿਅੰਜਕ ਹੈ ਕਿਉਂਕਿ -5 ਦੇ ਨਾਲ ਅੱਖਰ ਲੱਗੇ ਨੇ, +2 ਦੇ ਨਾਲ ਵੀ ਅੱਖਰ ਲੱਗੇ ਨੇ, ਤਾਂ ਇਹ XY ਇਹਦੇ ਨਾਲ ਅਤੇ XY ਯਾਨੀ ਕਿ ਇਹ ਸਮਾਨ ਲਾਈਕ ਮੋਨੋਮੀਅਲ ਇੱਕ ਪਦੀ ਵਿਅੰਜਕ ਨੇ। ਅਸੀਂ ਇਕੱਲਾ -5 ਤੇ 2 ਦਾ ਜੋੜ ਕਰਾਂਗੇ ਤਾਂ -3 ਆਊਗਾ, ਮਗਰ ਦੋਹਾਂ ਦੇ XY ਹੈ ਉਹ XY ਉਵੇਂ ਰਹੇਗਾ, ਯਾਨੀ ਕਿ ਆਪਸ਼ਨ B ਹੈ ਉਹ ਇਹਨਾਂ ਦੋਨਾਂ ਵਿਅੰਜਕਾਂ ਦਾ ਜੋੜਫਲ ਹੈ। ਇਸੇ ਹੀ ਪ੍ਰਸ਼ਨ ਦਾ ਭਾਗ 13ਵਾਂ, ਹੇਠ ਲਿਖੇ ਵਿੱਚੋਂ ਕਿਹੜੇ ਸਮਾਨ ਪਦ ਹਨ? ਯਾਨੀ ਕਿ ਇਹ ਇੱਕ ਪਦੀ ਵਿਅੰਜਕਾਂ ਦੇ ਜੋੜੇ ਹੈ। A 5Y ਤੇ 6YZ ਦਾ ਜੋੜਾ ਹੈ, ਇੱਕ ਦੇ ਨਾਲ ਕੱਲੀ Y ਹੈ, ਦੂਜੇ ਦੇ ਨਾਲ YZ ਹੈ, ਇਹਨਾਂ 'ਚ ਸਮਾਨਤਾ ਨਹੀਂ ਹੈ। ਆਪਾਂ ਅੰਕ ਨਹੀਂ ਵੇਖਣੇ, ਅੱਖਰ ਵੇਖਣੇ ਆ। B ਦੇ ਵਿੱਚ X ਹੈ, Y ਦੀ ਘਾਤ 2 ਹੈ ਤੇ Z ਇਕੱਲਾ ਹੈ, ਪਰ ਇਹਦੇ ਜੋੜੇ ਵਾਲੇ ਦੂਜੇ ਮੋਨੋਮੀਅਲ ਦੇ ਵਿੱਚ X ਹੈ, Y ਦੀ ਘਾਤ ਹੀ ਹੈ ਨਹੀਂ, ਇਹਨਾਂ 'ਚ ਵੀ ਸਮਾਨਤਾ ਹੈ ਨਹੀਂ। ਸਮਾਨਤਾ ਉਦੋਂ ਹੁੰਦੀ ਹੈ ਜਦੋਂ ਸੰਪੂਰਨ ਸੰਖਿਆਵਾਂ, ਜਿਵੇਂ ਅੱਗੇ -6 ਹੈ ਤੇ 15, ਇਹ ਤਾਂ ਹੋ ਗਈਆਂ ਸੰਖਿਆਵਾਂ, ਜਿਹੜਾ ਇਹਨਾਂ ਦੇ ਨਾਲ ਅੱਖਰ ਲੱਗੇ ਨੇ ਅਗਰ ਉਹ ਬਿਲਕੁਲ ਸਮਾਨ ਹੈ ਤਾਂ ਉਹਨਾਂ ਦੋਨਾਂ ਪਦਾਂ ਨੂੰ ਸਮਾਨ ਪਦਾਂ ਵਾਲੇ ਵਿਅੰਜਕ ਕਿਹਾ ਜਾਏਗਾ। ਇੱਥੇ -6 ਦੇ ਨਾਲ ਵੀ x ਦੀ 2 ਹੈ ਤੇ 15 ਦੇ ਨਾਲ ਵੀ x ਦੀ 2 ਹੈ, ਇਹ ਸਮਾਨ ਪਦੀ ਹਨ, ਯਾਨੀ ਕਿ ਸਮਾਨ ਵਿਅੰਜਕ ਲਾਈਕ ਮੋਨੋਮੀਅਲ ਹੈ। ਇਸੇ ਹੀ ਪ੍ਰਸ਼ਨ ਦਾ ਭਾਗ 14, 14ਵਾਂ, ਅੱਖਰ U ਦੀਆਂ ਕਿੰਨੀਆਂ ਸਮਮਿਤੀ ਰੇਖਾਵਾਂ ਹਨ? ਆਪਾਂ ਇੱਕ ਰਫ ਚਿੱਤਰ ਬਣਾਉਣੇ ਆ U ਦਾ। ਸਮਮਿਤੀ ਰੇਖਾਵਾਂ ਦਾ ਭਾਵ ਜੇ ਅਸੀਂ ਕੋਈ ਖੜਵੀਂ ਰੇਖਾ ਖਿੱਚ ਗਏ ਜਾਂ ਲੇਟਵੀਂ ਰੇਖਾ ਖਿੱਚ ਗਏ ਜਾਂ ਤਿਰਛੀਆਂ ਰੇਖਾਵਾਂ ਖਿੱਚ ਗਏ, ਕੋਈ ਵੀ ਤਰ੍ਹਾਂ ਦੀ ਰੇਖਾ ਖਿੱਚਣ ਤੇ ਅਗਰ U ਦੇ ਦੋਨੇ ਪਾਸੇ ਬਣਨ ਵਾਲੇ ਭਾਗ ਬਿਲਕੁਲ ਸਮਾਨ ਦਿਸਣ ਤਾਂ ਉਸ ਰੇਖਾ ਨੂੰ ਹੀ ਅਸੀਂ ਸਮਮਿਤੀ ਰੇਖਾ ਕਵਾਂਗੇ। ਮੰਨ ਲਓ ਮੈਂ ਸਿੱਧੇ ਰੂਪ ਦੇ ਵਿੱਚ ਇੱਕ ਖੜਵੀਂ ਉੱਪਰ ਤੋਂ ਹੇਠਾਂ ਨੂੰ, ਜਿਹਨੂੰ ਅਸੀਂ ਖੜਵੀਂ ਰੇਖਾ ਕਹਿੰਦੇ ਆ, ਉਹ ਖਿੱਚਦਾ
ਤਾਂ u ਦੇ ਦੋ ਇਹੋ ਜਿਹੇ ਭਾਗ ਹੋਏ ਗਏ, ਜਿੱਦਾਂ ਦਾ ਲੈਫਟ ਹੈਂਡ ਤੇ ਨਜ਼ਰ ਆਉਂਦਾ ਹੈ ਉਸ ਤਰ੍ਹਾਂ ਦਾ ਹੀ ਰਾਈਟ ਹੈਂਡ ਤੇ ਹਿੱਸਾ ਨਜ਼ਰ ਆਉਂਦਾ ਹੈ। ਪਰ ਜੇ ਮੈਂ ਇਹਦੀ ਇਸ ਤਰੀਕੇ ਨਾਲ ਕੋਈ ਸਮਮਿਤੀ ਰੇਖਾ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਲੇਟ ਵੀ, ਉਹਦੇ ਨਾਲ ਉੱਪਰ ਕੱਲੀਆਂ ਦੋ ਡੰਡੀਆਂ ਹੀ ਨਜ਼ਰ ਆਉਣਗੀਆਂ, ਥੱਲੇ ਇੱਕ ਛੋਟਾ ਜਿਹਾ ਯੂ ਨਜ਼ਰ ਆਊ, ਉਹ ਦੋ ਭਾਗ ਨਹੀਂ ਬਰਾਬਰ ਹੋਣਗੇ। ਯਾਨੀ ਕਿ ਖੜਵੇਂ ਰੂਪ ਦੀ ਇੱਕ ਹੀ ਜਿਹੜੀ ਇਹਦੀ ਰੇਖਾ ਹੋਏਗੀ ਜਿਹਨੂੰ ਅਸੀਂ ਸਮਮਿਤੀ ਰੇਖਾ ਕਵਾਂਗੇ, ਤਾਂ ਯੂ ਦੀ ਸਮਮਿਤੀ ਰੇਖਾਵਾਂ ਦੀ ਗਿਣਤੀ ਕਿੰਨੀ ਹੋਗੀ? ਇੱਕ। ਤੁਸੀਂ ਇਹ ਸਾਰਾ ਕੁਝ 6ਵੀਂ ਕਲਾਸ ਵਿੱਚ ਵੀ ਪੜ੍ਹਿਆ ਹੋਇਆ ਹੈ। ਇਸ ਤੋਂ ਅਗਲਾ ਭਾਗ ਹੈ 15ਵਾਂ, ਦਿੱਤੇ ਗਏ ਚਿੱਤਰ ਦੀ ਘੁੰਮਣ ਸਮਮਿਤੀ ਪਤਾ ਕਰੋ। ਇੱਥੇ ਜੇ ਥੋੜੀ ਜਿਹੀ ਗੱਲ ਕਲੀਅਰ ਕਰ ਦਿੱਤੀ ਜਾਂਦੀ ਕਿ ਇਹ ਸਮਭੁਜੀ ਤ੍ਰਿਭੁਜ ਹੈ, ਕਿਉਂਕਿ ਦੇਖਣ ਵਿੱਚ ਸਮਭੁਜੀ ਲੱਗਦੀ ਹੈ, ਤਾਂ ਪਿਆਰੇ ਵਿਦਿਆਰਥੀਓ ਘੁੰਮਣ ਸਮਮਿਤੀ ਦਾ ਕ੍ਰਮ ਪਤਾ ਕਰਨ ਦੇ ਲਈ, ਗਿਣਤੀ ਪਤਾ ਕਰਨ ਦੇ ਕੀ ਕਰੀਦਾ ਹੈ ਕਿ ਜੇ ਆਪਣੇ ਕੋਲੇ ਕੋਈ ਇਸ ਤਰ੍ਹਾਂ ਦਾ ਚਿੱਤਰ ਹੈ ਜਿਹਦੀਆਂ ਤਿੰਨੋਂ ਭੁਜਾਵਾਂ ਸਮਾਨ ਆ, ਯਾਨੀ ਕਿ ਇਹ ਸਮਭੁਜੀ ਤ੍ਰਿਭੁਜ ਹੈ, ਜੇ ਇਹਨੂੰ ਅਸੀਂ ਇੱਕ ਵਾਰੀ ਹਿਲਾਈਏ, ਇਸ ਢੰਗ ਨਾਲ ਹਿਲਾਈਏ ਕਿ ਉਹ ਪਹਿਲਾਂ ਵਾਂਗ ਹੀ ਨਜ਼ਰ ਆਵੇ, ਯਾਨੀ ਕਿ ਆਹ ਵਾਲਾ ਸਿਖਰ ਇੱਥੇ ਆ ਜੇ, ਇਹ ਵਾਲਾ ਸਿਖਰ ਇੱਥੇ ਆ ਜੇ ਤੇ ਇਹ ਵਾਲਾ ਸਿਖਰ ਇੱਥੇ ਆ ਜੇ, ਤਾਂ ਉਹਨਾਂ ਕੁ ਘੁਮਾਉਣ ਨਾਲ ਇਹਦਾ ਇੱਕ ਹੋ ਜਾਏਗਾ। ਪਰ ਉਹ ਵਾਲਾ ਜਿਹੜਾ ਸਿਖਰ ਸੀ ਉਹ ਹਲੇ ਇੱਥੇ ਆਇਆ, ਜਦੋਂ ਇਹ ਵਾਲਾ ਸਿਖਰ ਇੱਥੇ ਪਹੁੰਚ ਜੇ ਜਿਹੜਾ ਇੱਥੇ ਆਇਆ ਸੀ, ਤੇ ਇਹ ਵਾਲਾ ਸਿਖਰ ਫਿਰ ਇੱਥੇ ਪਹੁੰਚ ਜੇ, ਤੇ ਇਹ ਵਾਲਾ ਸਿਖਰ ਫਿਰ ਵਾਪਸ ਆਪਣੀ ਪੁਰਾਣੀ ਸਥਿਤੀ ਤੇ ਪਹੁੰਚ ਜੇ, ਤਾਂ ਤਿੰਨ ਇਹੋ ਜਿਹੇ ਸਾਨੂੰ ਐਕਸ਼ਨ ਕਿਰਿਆਵਾਂ ਕਰਨ ਦੀ ਲੋੜ ਪਈ ਕਿ ਅਸੀਂ ਉਸ ਤ੍ਰਿਭੁਜ ਨੂੰ ਘੁਮਾਉਣੇ ਵੀ ਹੈ, ਉਹ ਲੱਗਦੀ ਵੀ ਉਸੇ ਤਰ੍ਹਾਂ ਦੀ ਹੈ, ਪਰ ਉਹਦਾ ਸਿਖਰ ਵਾਪਸ ਆਪਣੀ ਸਥਿਤੀ ਤੇ ਨਹੀਂ ਆਇਆ। ਜਦੋਂ ਉਹਦਾ ਸਿਖਰ 3 ਵਾਰੀ ਘੁੰਮਣ ਤੋਂ ਬਾਅਦ ਆਪਣੀ ਸਥਿਤੀ ਤੇ ਆ ਗਿਆ ਤੇ ਰਸਤੇ ਵਿੱਚ ਉਹ 3 ਵਾਰੀ ਉਸੇ ਤਰ੍ਹਾਂ ਦੀ ਸਮਭੁਜੀ ਤ੍ਰਿਭੁਜ ਨਜ਼ਰ ਆਉਂਦੀ ਰਹੀ, ਤਾਂ ਇਸ ਨਾਲ ਇਸ ਦੇ ਘੁੰਮਣ ਸਮਮਿਤੀ ਦਾ ਕ੍ਰਮ ਹੈ ਜਿਹੜਾ ਉਹ 3 ਹੋਏਗਾ। ਯਾਨੀ ਕਿ ਸਮਭੁਜੀ ਤ੍ਰਿਭੁਜ ਦੇ ਘੁੰਮਣ ਸਮਮਿਤੀ ਦਾ ਕ੍ਰਮ ਜਿਹੜਾ ਹੈ 3 ਹੈ। ਸੀ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਭਾਗ 16, ਹੇਠ ਲਿਖੀਆਂ ਵਿੱਚ ਕਿਹੜਾ ਸੰਪੂਰਕ ਕੋਣਾਂ ਦਾ ਜੋੜਾ ਹੈ? ਸੰਪੂਰਕ ਕੋਣ ਕਿਹੜੇ ਹੁੰਦੇ ਆ? ਜਿਨ੍ਹਾਂ ਦੋ ਕੋਣਾਂ ਦਾ ਜੋੜ ਹਮੇਸ਼ਾ 180 ਡਿਗਰੀ ਹੋਵੇ, ਉਸ ਕੋਣਾਂ ਦੇ ਜੋੜੇ ਨੂੰ ਸੰਪੂਰਕ ਕੋਣਾਂ ਦਾ ਜੋੜ ਕਹਿੰਦੇ ਆ। ਇੱਥੇ ਕੀ ਹੈ ਇਸ ਵੇਲੇ 9 ਤੇ 7 16, ਯਾਨੀ ਕਿ 160 ਡਿਗਰੀ ਬਣੂਗਾ, 180 ਨਹੀਂ ਬਣਿਆ। 8 ਤੇ 4 12, 120 ਡਿਗਰੀ ਬਣੂਗਾ। 5 ਤੇ 4 9, 90 ਡਿਗਰੀ ਬਣੂਗਾ। 12 ਤੇ 6 18, ਪਿੱਛੇ 0 ਲਾਈ 180 ਡਿਗਰੀ, ਯਾਨੀ ਕਿ ਜਿੰਨਾ ਦੋ ਕੋਣਾਂ ਦਾ ਜੋੜ 180 ਡਿਗਰੀ ਹੋਵੇ ਉਹਨਾਂ ਨੂੰ ਹੀ ਸੰਪੂਰਕ ਦਾ ਜੋੜਾ ਕਹਿੰਦੇ ਆ। ਇੱਥੇ ਇਹ ਵੀ ਯਾਦ ਰੱਖਿਓ, ਜੇ ਦੋ ਕੋਣਾਂ ਦਾ ਜੋੜ 90 ਡਿਗਰੀ ਬਣਦਾ ਹੋਵੇ ਤਾਂ ਉਹਨਾਂ ਨੂੰ ਪੂਰਕ ਕੋਣਾਂ ਦਾ ਜੋੜਾ ਕਹਿੰਦੇ ਆ। ਇਸ ਪ੍ਰਸ਼ਨ ਵਿੱਚ ਸੰਪੂਰਕ ਪੁੱਛਿਆ ਸੀ, ਡੀ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 2, ਹੇਠ ਲਿਖੇ ਪ੍ਰਸ਼ਨ ਲਈ ਸਹੀ ਗਲਤ ਉੱਤਰ ਚੁਣੋ। ਯਾਨੀ ਕਿ ਇਹ ਪ੍ਰਸ਼ਨ ਵੀ ਇੱਕ ਇੱਕ ਅੰਕ ਵਾਲੇ ਨੇ, ਪਰ ਇਹਦੇ ਵਿੱਚ ਅਸੀਂ 4 ਉੱਤਰਾਂ ਵਿੱਚੋਂ ਇੱਕ ਨਹੀਂ ਚੁਣਨਾ, ਬਸ ਸਿਰਫ ਸਹੀ ਜਾਂ ਗਲਤ ਬਾਰੇ ਚੋਣ ਕਰਨੀ ਹੈ। ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ। ਬਿਲਕੁਲ ਸਹੀ ਜਵਾਬ ਹੈ। ਆਪਾਂ ਸਹੀ ਤੇ ਕਲਿੱਕ ਕਰਾਂਗੇ ਇਹਦੇ ਤੇ, ਯਾਨੀ ਕਿ ਇਹ 360 ਡਿਗਰੀ ਹੀ ਹੁੰਦਾ ਹੈ। ਇਸੇ ਤਰ੍ਹਾਂ ਦੂਜਾ ਭਾਗ, ਪੂਰਕ ਕੋਣਾਂ ਦਾ ਜੋੜ 180, ਮੈਂ ਹੁਣੇ ਦੱਸ ਕੇ ਹਟਿਆ, ਸੰਪੂਰਕ ਦਾ ਜੋੜ 180 ਡਿਗਰੀ ਹੁੰਦਾ ਹੈ, ਪੂਰਕ ਦਾ ਜੋੜ 90 ਡਿਗਰੀ ਹੁੰਦਾ ਹੈ। ਇਸ ਲਈ ਇਹ ਕਥਨ ਗਲਤ ਹੈ, ਆਪਾਂ ਗਲਤ ਨੂੰ ਟਿਕ ਕਰਾਂਗੇ। ਇਸੇ ਤਰ੍ਹਾਂ ਕਿਸੇ ਸਮਕੋਣ ਤ੍ਰਿਭੁਜ ਵਿੱਚ ਦੋ ਕੋਣ 90 ਦੇ ਹੋ ਸਕਦੇ ਆ? ਕਦੇ ਵੀ ਨਹੀਂ ਹੋ ਸਕਦੇ। ਸਮਕੋਣ ਤ੍ਰਿਭੁਜ ਵਿੱਚ ਸਿਰਫ ਇੱਕ ਕੋਣ ਹੀ 90 ਦਾ ਹੋਵੇਗਾ, ਬਾਕੀ ਦੋਨੇ ਕੋਣ 90 ਤੋਂ ਛੋਟੇ ਹੋਣਗੇ। ਇਸ ਕਰਕੇ ਇਹ ਕਥਨ ਵੀ ਗਲਤ ਹੈ। ਕਿਸੇ ਵੀ ਸਮਕੋਣੀ ਤ੍ਰਿਭੁਜ ਵਿੱਚ ਕਦੇ ਵੀ ਦੋ ਕੋਣ 90 ਦੇ ਨਹੀਂ ਹੋ ਸਕਦੇ। ਪ੍ਰਸ਼ਨ ਨੰਬਰ 2 ਦਾ ਭਾਗ ਚੌਥਾ, -6 + -4, ਯਾਨੀ ਕਿ ਦੋ ਰਿਣਾਤਮਕ ਸੰਖਿਆਵਾਂ ਦਾ ਜੋੜ ਹੈ। 6 ਵੀ ਰਿਣਾਤਮਕ ਹੈ, ਜਿਹਦੇ ਵਿੱਚ ਜੁੜਨੀ ਆ ਉਹ ਸੰਖਿਆ 4 ਵੀ ਰਿਣਾਤਮਕ ਹੈ। ਰਿਣਾਤਮਕ ਸੰਖਿਆਵਾਂ ਦਾ ਜੋੜ ਰਿਣਾਤਮਕ ਹੀ ਰਹਿੰਦਾ ਹੈ। 6 ਤੇ 4 ਇਹ ਰਿਣਾਤਮਕ 10 ਹੋਵੇਗਾ, ਪਰ ਇਹ ਕਹਿੰਦੇ ਆ 3, ਇਹ ਗਲਤ ਹੈ। ਪ੍ਰਸ਼ਨ ਅਗਲਾ 5ਵਾਂ ਭਾਗ, 2 ਦੀ ਘਾਤ 3, ਇਹਦਾ ਮਤਲਬ ਅਸੀਂ ਇਹਨੂੰ 2 ਦਾ ਘਣ, 2 ਦਾ ਘਣ ਮਤਲਬ ਵੀ ਜਿਹੜੀ 2 ਦੀ ਘਾਤ 3 ਹੈ, ਉਹਦਾ ਮਤਲਬ ਹੁੰਦਾ ਇਹ 2 3 ਵਾਰੀ ਆਪਸ ਵਿੱਚ ਗੁਣਾ ਹੈ। ਤਾਂ ਇਹਦਾ ਮਤਲਬ 2 ਦੂਣੀ 4 ਦੂਣੀ 8, ਇਹਨਾਂ ਨੇ ਲਿਖਿਆ 8 ਹੈ, ਇਹਦਾ ਮਤਲਬ ਇਹ ਕੀ ਹੈ? 2 ਦੀ ਘਾਤ 3 8 ਹੀ ਹੁੰਦਾ ਹੈ। ਅਗਲਾ ਭਾਗ ਹੈ 5 ਦੀ ਘਾਤ 2, ਵੱਡਾ ਹੈ 2 ਦੀ ਘਾਤ 5। ਪਿਆਰੇ ਵਿਦਿਆਰਥੀਓ ਇੱਥੇ ਦੇਖ ਸਕਦੇ ਹਾਂ, ਜੇ 5 2 ਵਾਰੀ ਗੁਣਾ ਹੈ ਤਾਂ ਉਹਦੇ ਨਾਲ ਸਾਨੂੰ 25 ਪ੍ਰਾਪਤ ਹੋਏਗਾ, ਤੇ ਜੇ ਦੂਆ 5 ਵਾਰੀ ਗੁਣਾ ਹੈ ਤਾਂ ਦੂਆ 5 ਵਾਰੀ ਗੁਣਾ ਕਰਕੇ 32 ਪ੍ਰਾਪਤ ਹੋਏਗਾ। 2 ਦੂਣੀ 4 ਦੂਣੀ 8 ਦੂਣੀ 16 ਦੂਣਾ 32।
ਤਾਂ ਜਿਹੜਾ ਇਹ ਵਾਲਾ 2 ਦੀ ਘਾਤ 5 ਹੈ, ਇਹਨਾਂ ਨੇ ਤਾਂ ਛੋਟਾ ਕਹਿਤਾ, ਪਰ 2 ਦੀ ਘਾਤ 5 ਤੋਂ ਪ੍ਰਾਪਤ ਸੰਖਿਆ 32 ਵੱਡੀ ਹੈ, ਇਸ ਕਰਕੇ ਇਹ ਕਥਨ ਜਿਹੜਾ ਹੈ ਉਹ ਗਲਤ ਹੈ। 2 ਦੀ ਘਾਤ 5 ਵੱਡੀ ਹੈ 5 ਦੀ ਘਾਤ 2 ਨਾਲੋਂ। ਇਸੇ ਦਾ ਹੀ ਭਾਗ 7ਵਾਂ, ਆਇਤ ਦਾ ਖੇਤਰਫਲ ਬਰਾਬਰ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਬਿਲਕੁਲ ਖੇਤਰਫਲ ਦਾ ਸੂਤਰ ਹੈ ਇਹ, ਇਹਨੂੰ ਆਪਾਂ ਕੀ ਕਹਾਂਗੇ, ਸਹੀ ਹੈ। ਇਸੇ ਤਰੀਕੇ ਨਾਲ 8ਵਾਂ ਭਾਗ, ਕਿਸੇ ਚਤੁਰਭੁਜ ਦਾ ਬਾਹਰੀ ਕੋਣ ਅੰਦਰਲੇ ਸਨਮੁਖ ਕੋਣਾਂ ਦੇ ਜੋੜੇ ਦੇ ਬਰਾਬਰ ਨਹੀਂ ਹੁੰਦਾ ਹੈ। ਅਸਲ ਵਿੱਚ ਹੁੰਦਾ ਕੀ ਹੈ, ਆਪਾਂ ਚਿੱਤਰ ਬਣਾ ਕੇ ਦਿਖਾਉਣੇ ਆ ਤੁਹਾਨੂੰ। ਮੈਂ ਇੱਕ ਤਿਕੋਣ ਬਣਾਈ, ਉਹਦਾ ਇੱਕ ਬਾਹਰੀ ਕੋਣ ਬਣਾ ਲਿਆ, ਆਹ ਇੱਕ ਬਾਹਰੀ ਕੋਣ ਹੈ, ਇਹ ਅੰਦਰਲਾ ਲਾਗਵਾ ਕੋਣ ਹੈ, ਤੇ ਇਹ ਜਿਹੜੇ ਕੋਣ ਹੈ ਆਹ ਵਾਲੇ ਦੋ, ਇਹ ਅੰਦਰਲੇ ਸਨਮੁਖ ਕੋਣ ਹੈ। ਕਿਹਦੇ? ਲਾਗਵੇਂ ਦੇ ਸਨਮੁਖ ਕੋਣ। ਯਾਨੀ ਕਿ ਇੱਕ ਬਾਹਰੀ ਕੋਣ ਅੰਦਰਲੇ ਲਾਗਵੇਂ ਨੂੰ ਛੱਡ ਕੇ ਬਾਕੀ ਸਨਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਇਹਨਾਂ ਨੇ ਕਿਹਾ ਸਨਮੁਖ ਕੋਣਾਂ ਦੇ ਜੋੜ ਦੇ ਬਰਾਬਰ ਨਹੀਂ ਹੁੰਦਾ, ਇਹ ਗਲਤ ਹੈ, ਇਸ ਕਰਕੇ ਆਪਾਂ ਗਲਤ ਤੇ ਟਿਕ ਕਰਾਂਗੇ। ਕੁਐਸਚਨ ਨੰਬਰ 3, ਖਾਲੀ ਸਥਾਨ ਭਰੋ। ਜਾਣੀ ਕਿ ਇੱਕ ਅੰਕਾਂ ਵਾਲੇ ਪ੍ਰਸ਼ਨਾਂ ਦੀ ਇੱਕ ਹੋਰ ਕਿਸਮ ਹੈ, ਜਿਹਦੇ ਵਿੱਚ ਦਿੱਤੇ 2 ਵਿਕਲਪਾਂ ਚੋਂ ਕੋਈ ਇੱਕ ਵਿਕਲਪ ਚੁਣ ਕੇ ਅਸੀਂ ਖਾਲੀ ਸਥਾਨ ਦੇ ਵਿੱਚ ਭਰਨਾ ਹੁੰਦਾ ਹੈ। ਇੱਥੇ ਕੀ ਹੈ ਕਿ -1 3 ਵਾਰੀ ਗੁਣਾ ਹੈ, ਤਾਂ ਉਹਦਾ ਉੱਤਰ ਆਉਣਾ ਤਾਂ 1 ਹੀ ਹੈ, ਪਰ ਉਹ ਰਿਣਾਤਮਕ ਹੋਏਗਾ, ਯਾਨੀ ਕਿ ਮਾਈਨਸ ਵਾਲਾ, ਜਾਂ ਧਨਾਤਮਕ। ਇਹ ਕਿਵੇਂ ਪਤਾ ਲੱਗਦਾ ਹੈ? ਜੇ ਮਾਈਨਸ ਵਾਲੇ ਚਿੰਨ੍ਹਾਂ ਦੀ ਗਿਣਤੀ ਟਾਂਕ ਹੈ, ਭਾਵੇਂ ਉਹ ਜਿੰਨੀ ਮਰਜ਼ੀ ਗਿਣਤੀ ਹੋਵੇ, ਪਰ ਉਹ ਗਿਣਤੀ ਟਾਂਕ ਸੰਖਿਆ ਬਣਦੀ ਹੈ, ਜਿਵੇਂ 1 2 3, ਤਾਂ ਮਾਈਨਸ ਦੀ ਸੰਖਿਆ ਟਾਂਕ ਹੋਵੇ, ਗੁਣਾ ਕਰਕੇ ਉੱਤਰ ਜਿਹੜਾ ਹੈ ਉਹ ਰਿਣਾਤਮਕ ਹੀ ਆਵੇਗਾ। ਯਾਨੀ ਕਿ -1 ਹੈ ਜਿਹੜਾ ਸਹੀ ਜਵਾਬ ਹੈ। ਇੱਥੇ ਅਸੀਂ ਲਿਖਾਂਗੇ ਜੇ ਮਾਈਨਸ ਦਾ 1 3 ਵਾਰੀ ਗੁਣਾ ਹੈ ਤਾਂ ਉਹਦਾ ਉੱਤਰ ਮਾਈਨਸ ਦਾ ਹੀ ਰਹੂਗਾ। ਹਾਂ, ਜੇ 2 ਵਾਰੀ ਗੁਣਾ ਹੁੰਦਾ ਫਿਰ ਮਾਈਨਸ ਗੁਣਾ ਮਾਈਨਸ ਪਲੱਸ ਹੈ। ਯਾਨੀ ਕਿ ਜਦੋਂ ਮਾਈਨਸ ਦਾ ਚਿੰਨ੍ਹ ਜੋਟਾ ਜਿਸ ਕ੍ਰਮ ਵਿੱਚ ਗੁਣਾ ਹੋਵੇ ਉਦੋਂ ਉੱਤਰ ਪਲੱਸ ਚ ਆਉਂਦਾ ਹੈ, ਤੇ ਜਦੋਂ ਮਾਈਨਸ ਦੇ ਚਿੰਨ੍ਹ ਜਿਹੜੇ ਉਹ ਟਾਂਕ ਸੰਖਿਆਵਾਂ ਦੀ ਗਿਣਤੀ ਅਨੁਸਾਰ ਗੁਣਾ ਹੋਣ, 1 2 3 3 ਹੈ, ਤਾਂ ਉਹ ਮਾਈਨਸ ਦਾ 1 ਹੀ ਰਹੇਗਾ। ਪ੍ਰਸ਼ਨ ਨੰਬਰ 3 ਦਾ ਭਾਗ ਦੂਸਰਾ, 20 ਵੰਡ 3/4। ਹੁਣ ਇਹਨੂੰ ਅਗਰ ਆਪਾਂ ਹੱਲ ਕਰਾਂਗੇ ਤਾਂ ਕਿਵੇਂ ਹੱਲ ਕਰਾਂਗੇ? 20 ਉਵੇਂ ਲਿਖਾਂਗੇ, ਵੰਡ ਦੇ ਚਿੰਨ੍ਹ ਨੂੰ ਗੁਣਾ ਬਣਾਵਾਂਗੇ, ਜਿਹੜੀ 3/4 ਹੈ ਉਹ ਫਿਰ ਕੀ ਹੈ, ਉਲਟ ਜਾਏਗੀ, ਉਹਦਾ ਉਲਟ ਕ੍ਰਮ ਹੋ ਜਾਏਗਾ, ਉਹ 4/3 ਬਣ ਜਾਏਗਾ। ਇਹਦਾ ਸਰਲ ਰੂਪ ਕੀ ਹੈ? 20 ਗੁਣਾ 4, ਅੰਸ਼ ਦੀ ਅੰਸ਼ ਨਾਲ ਗੁਣਾ, ਹਰ ਹੈ ਨਹੀਂ ਤਾਂ 1 ਤੀਆ, ਇਹ ਬਣ ਜਾਏਗਾ 80/3। ਯਾਨੀ ਕਿ ਇੱਥੇ ਆਨਸਰ ਜਿਹੜਾ 80/3, ਯਾਨੀ ਕਿ ਇਹ ਵਾਲਾ ਪਹਿਲਾ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 3 ਦਾ ਹੀ ਭਾਗ ਤੀਸਰਾ, ਇੱਕ ਚੱਕਰ ਦਾ ਅਰਧ ਵਿਆਸ 5 ਸੈਂਟੀਮੀਟਰ ਹੈ ਤਾਂ ਇਸ ਦਾ ਖੇਤਰਫਲ ਕੀ ਹੋਵੇਗਾ? ਪਹਿਲਾਂ ਆਪਾਂ ਨੂੰ ਸੂਤਰ ਯਾਦ ਹੋਣਾ ਚਾਹੀਦਾ ਹੈ। ਚੱਕਰ ਦੇ ਖੇਤਰਫਲ ਦਾ ਸੂਤਰ ਹੁੰਦਾ ਹੈ ਪਾਈ r ਦੀ ਘਾਤ 2। ਪਾਈ ਦਾ ਮਤਲਬ ਉਹਦਾ ਮੁੱਲ ਜੇ ਲਿਖੀਏ ਅਸੀਂ 22/7 ਹੁੰਦਾ ਹੈ। r ਦੀ ਘਾਤ 2 ਦਾ ਮਤਲਬ r ਦਾ ਮੁੱਲ 5 ਹੈ, ਪਰ ਘਾਤ 2 ਹੋਣ ਕਰਕੇ 5 2 ਵਾਰੀ ਗੁਣਾ ਹੋਏਗਾ। ਹੁਣ ਅਸੀਂ 7 ਨੂੰ ਉੱਪਰਲੀਆਂ ਰਕਮਾਂ ਨਾਲ ਕੱਟ ਨਹੀਂ ਸਕਦੇ, ਕਿਉਂਕਿ ਕੋਈ ਵੀ ਅੰਸ਼ ਵਾਲੀ ਸੰਖਿਆ 7 ਦੇ ਟੇਬਲ ਵਿੱਚ ਨਹੀਂ ਆਉਂਦੀ, ਤਾਂ ਅੰਸ਼ ਸਾਰੇ ਗੁਣਾ ਹੋ ਜਾਣਗੇ। 22 5 110, 5 550 ਤੇ ਬਟੇ 7 ਰਹਿ ਜਾਏਗਾ, ਯਾਨੀ ਕਿ 550/7 ਵਾਲਾ ਜਿਹੜਾ ਉੱਤਰ ਹੈ ਉਹ ਅਸੀਂ ਖਾਲੀ ਸਥਾਨ ਦੇ ਵਿੱਚ ਭਰਾਂਗੇ ਤਾਂ ਸਾਨੂੰ 1 ਅੰਕ ਪ੍ਰਾਪਤ ਹੋ ਜਾਏਗਾ। ਪ੍ਰਸ਼ਨ ਨੰਬਰ 3 ਦਾ ਹੀ ਭਾਗ ਚੌਥਾ, ਸਮੀਕਰਨ y -6 = 0 ਦਾ ਮੁੱਲ ਕੀ ਹੋਵੇਗਾ? ਇੱਥੇ ਹੋਣਾ ਚਾਹੀਦਾ ਸੀ ਵਿੱਚ y ਦਾ ਕੀ ਮੁੱਲ ਹੋਊਗਾ। ਯਾਨੀ ਕਿ ਜਦੋਂ ਸਮੀਕਰਨ ਹੱਲ ਕਰਦੇ ਹਾਂ ਅਸੀਂ ਤਾਂ ਜਿਹੜਾ ਚੱਲ ਹੁੰਦਾ ਹੈ ਉਹਦਾ ਮੁੱਲ ਪਤਾ ਕਰੀਦਾ, ਤਾਂ ਆਪਾਂ ਨੂੰ ਪਤਾ ਹੈ ਕਿ ਇਹ ਇੱਕ ਚੱਲ ਵਾਲੀ ਰੇਖੀ ਸਮੀਕਰਨ ਹੈ, y -6 = 0। ਅਸੀਂ ਚੱਲ ਨੂੰ ਖੱਬੇ ਪਾਸੇ ਹੀ ਰੱਖਦੇ ਹਾਂ, ਬਰਾਬਰ ਦਾ ਚਿੰਨ੍ਹ ਪਾ ਲਿਆ ਹੈ, ਕਿਉਂਕਿ ਜਿਹੜਾ ਅਚਲ ਰਾਸ਼ੀ ਹੈ, ਅੰਕ ਹੈ, ਉਹ -6 ਆ, ਪਰ ਇਸ ਬਰਾਬਰ ਦੇ ਸੱਜੇ ਪਾਸੇ ਸ਼ਿਫਟ ਹੋ ਕੇ +6 ਬਣ ਜਾਏਗਾ। ਇੱਥੇ y ਦਾ ਮੁੱਲ ਪਲੱਸ ਵਾਲਾ 6, ਯਾਨੀ ਕਿ ਇਹ ਜਿਹੜਾ ਉੱਤਰ ਅਸੀਂ ਖਾਲੀ ਸਥਾਨ ਦੇ ਵਿੱਚ ਭਰਾਂਗੇ ਤਾਂ ਸਹੀ ਹੋਵੇਗਾ। ਅਗਲਾ ਪ੍ਰਸ਼ਨ ਹੈ ਇਹਦਾ 5ਵਾਂ ਭਾਗ, 0.25 ਯਾਨੀ ਕਿ 0.25 ਦਾ ਭਿੰਨ ਰੂਪ ਕੀ ਹੋਵੇਗਾ? ਅਸੀਂ ਜਦੋਂ ਦਸ਼ਮਲਵ ਹਟਾ ਦਈਏ ਤਾਂ ਉਹ 2 ਅੰਕ ਦਸ਼ਮਲਵ ਤੋਂ ਬਾਅਦ ਹੋਣ ਕਰਕੇ ਬਟਿਆਂ ਦੇ ਵਿੱਚ 100 ਲੱਗੇਗਾ, ਯਾਨੀ ਕਿ 25/100 ਵੀ ਦਸ਼ਮਲਵ
2 5 ਦਾ ਭਿੰਨ ਰੂਪ ਹੈ, ਪਰ ਜੇ ਇਹਨੂੰ ਕੱਟ ਦਈਏ ਅਸੀਂ 25/100 ਨੂੰ ਤਾਂ 25 ਏਕਮ 25, 25 ਚੌਗਾ 100 ਤਾਂ 1/4 ਬਣੂ। ਯਾਨੀ ਕਿ ਇਹਦੇ ਵਿੱਚ ਦੋਨੇ ਉੱਤਰ ਹੀ ਬਿਲਕੁਲ ਸਹੀ ਹੈ, ਭਾਵੇਂ 1/4 ਅਤੇ 25/100 ਦੋਨੇ ਹੀ ਸਹੀ ਵਿਕਲਪ ਨੇ। ਪ੍ਰਸ਼ਨ ਨੰਬਰ 3 ਦਾ ਭਾਗ 6, ਜੇਕਰ ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ ਦੇ ਵਿਚਕਾਰਲਾ ਕੋਣ ਕਿਸੇ ਦੂਜੀ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਅਤੇ ਸੰਗਤ ਕੋਣ ਦੇ ਬਰਾਬਰ ਹੋਵੇ ਤਾਂ ਇਹ ਤ੍ਰਿਭੁਜਾਂ ਸਰਬੰਗ ਸਮਤਾ ਦੇ ਮਾਪਦੰਡਾਂ ਦੇ ਅੰਤਰਗਤ ਸਰਬੰਗ ਸਮ ਹੁੰਦੀਆਂ ਹਨ। ਉਹ ਕਿਹੜਾ ਹੈ ਮਾਪਦੰਡ? ASA ਹੈ ਜਾਂ SAS? ਇੱਥੇ ਦੋ ਭੁਜਾਵਾਂ ਦੀ ਗੱਲ ਕੀਤੀ ਹੈ, ਵਿਚਕਾਰਲੇ ਕੋਣ ਦੀ। S ਦਾ ਮਤਲਬ ਭੁਜਾਵਾਂ ਹੁੰਦਾ ਹੈ, ਵਿਚਕਾਰ ਕੋਣ A ਹੋ ਗਿਆ, ਯਾਨੀ ਕਿ SAS ਇੱਥੇ ਸਹੀ ਜਵਾਬ ਹੋਏਗਾ। ਇਸੇ ਹੀ ਪ੍ਰਸ਼ਨ ਦਾ ਭਾਗ 7ਵਾਂ, ਜੇਕਰ ਕਿਸੇ ਵਰਗ ਦੀ ਭੁਜਾ 5 ਸੈਂਟੀਮੀਟਰ ਹੈ ਤਾਂ ਇਸ ਦਾ ਪਰਿਮਾਪ ਕੀ ਹੋਵੇਗਾ? ਪਿਆਰੇ ਵਿਦਿਆਰਥੀਓ, ਵਰਗ ਦੀਆਂ ਸਾਰੀਆਂ ਭੁਜਾਵਾਂ ਸਾਨੂੰ ਪਤਾ ਬਰਾਬਰ ਹੈ, ਤੇ ਉਹਦਾ ਸੂਤਰ ਕੀ ਹੈ ਵੀ ਉਹ 4 ਭੁਜਾਵਾਂ ਹੁੰਦੀਆਂ ਤੇ ਹਰੇਕ 5 ਸੈਂਟੀਮੀਟਰ ਦੀ ਹੈ, ਤਾਂ ਚੌਗਣਾ ਕਰ ਦਿਓ 5 ਦਾ 20 ਸੈਂਟੀਮੀਟਰ ਪਰਿਮਾਪ ਹੋਏਗਾ। ਯਾਨੀ ਕਿ ਵਿਕਲਪ ਜਿਹੜਾ ਪਹਿਲਾ ਹੈ 20 ਸੈਂਟੀਮੀਟਰ, ਇਹ ਉਸ ਵਰਗ ਦਾ ਪਰਿਮਾਪ ਹੈ ਜਿਸ ਦੀ ਹਰੇਕ ਭੁਜਾ 5 ਸੈਂਟੀਮੀਟਰ ਹੈ। ਇਸ ਤੋਂ ਅਗਲਾ ਭਾਗ ਹੈ 8ਵਾਂ, ਸਮਕੋਣੀ ਤ੍ਰਿਭੁਜ ਦੇ ਹਰੇਕ ਕੋਣ ਦਾ ਮਾਪ ਡੈਸ਼ ਹੁੰਦਾ ਹੈ। ਇੱਥੇ ਸਮਕੋਣੀ ਨਹੀਂ ਸੀ ਚਾਹੀਦਾ, ਇੱਥੇ ਸਮਕੋਣੀ ਦੇ ਤਾਂ ਜਿਹੜੇ ਹੈ ਉਹਦੇ 'ਚ 190 ਹੁੰਦਾ, ਬਾਕੀ ਜਿਹੜੇ ਹੈਗੇ ਆ ਉਹ 290 ਤੋਂ ਛੋਟੇ ਹੁੰਦੇ ਆ, ਪਰ ਉਹਨਾਂ ਦਾ ਜੋੜ 90 ਹੋਣਾ ਚਾਹੀਦਾ। ਇੱਥੇ ਪ੍ਰਸ਼ਨ ਗਲਤ ਹੈ, ਇੱਥੇ ਸਮਕੋਣੀ ਦੀ ਥਾਂ ਤੇ ਸਮਭੁਜੀ ਲਿਖੋ। ਸਮਭੁਜੀ ਦਾ ਮਤਲਬ ਜਿਹਦੀਆਂ ਤਿੰਨੋਂ ਭੁਜਾਵਾਂ ਸਮਾਨ ਹੋਣ। ਜਿਸ ਤ੍ਰਿਕੋਣ ਦੀਆਂ ਤਿੰਨੋਂ ਭੁਜਾਵਾਂ ਸਮਾਨ ਹੋਣ ਉਸ ਦੇ ਤਿੰਨੋਂ ਕੋਣ ਬਰਾਬਰ ਹੁੰਦੇ ਆ। ਇਹਦਾ ਮਤਲਬ ਕੁੱਲ ਕੋਣਾਂ ਦਾ ਜੋੜ ਤਿੰਨਾਂ ਦਾ 180 ਬਰਾਬਰ ਹੋਣ ਕਰਕੇ 3 ਤੇ ਵੰਡਾਂਗੇ ਤਾਂ ਇੱਕ ਕੋਣ ਦਾ ਮਾਪ ਆ ਜਾਊਗਾ, ਯਾਨੀ ਕਿ ਹਰੇਕ ਕੋਣ 60 ਡਿਗਰੀ ਦਾ ਹੋਏਗਾ। ਸਮਭੁਜੀ ਤ੍ਰਿਭੁਜ ਦੇ ਹਰੇਕ ਕੋਣ ਦਾ ਮਾਪ 60 ਡਿਗਰੀ ਹੁੰਦਾ ਹੈ। ਇੱਥੇ ਹੀ ਸਾਡੇ ਇੱਕ ਅੰਕਾਂ ਵਾਲੇ ਪ੍ਰਸ਼ਨਾਂ ਦਾ ਹੱਲ ਜਿਹੜਾ ਸਮਾਪਤ ਹੁੰਦਾ ਹੈ। ਅਗਲੀ ਵੀਡੀਓ ਦਾ ਇੰਤਜ਼ਾਰ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।